पंजाब नेशनल बैंक का ना अडानी बैंक होएगा, स्टेट बैंक का ना अंबानी बैंक होएगा, सो ऑन एंड सो फोर्थ। एयर इंडिया की हालत तुसीं अपने अखां नाल देखी है। हम लेके रहेंगे, हमें क्या चाहिए, अरे हमें क्या चाहिए। एक ਤਾਂ ਇਹ ਹੁੰਦਾ ਕਿ ਮੰਗਾਂ ਮੰਨੀਆਂ ਨਾ ਗਈਆਂ ਹੋਣ, ਇੱਥੇ ਮੰਨੀਆਂ ਗਈਆਂ ਨੇ ਤੇ ਲਾਗੂ ਨਹੀਂ ਕੀਤੀਆਂ। ਟੈਂਸ਼ਨਸ ਬੜੀਆਂ ਕਲੀਅਰ ਹੈ ਕਿ ਜਿਹੜਾ ਪਬਲਿਕ ਸੈਕਟਰ ਹੈ ਹਰ ਜਗ੍ਹਾ ਤੇ ਉਹਨੂੰ ਡਿਸਕਰਜ ਕੀਤਾ ਜਾ ਰਿਹਾ ਹੈ, ਉਹਨੂੰ ਡਿਸਮੈਂਟਲ ਕੀਤਾ ਜਾ ਰਿਹਾ ਹੈ, ਪ੍ਰਾਈਵੇਟ ਕੈਪੀਟਲ ਨੂੰ ਹੈਂਡਓਵਰ ਕੀਤਾ ਜਾ ਰਿਹਾ ਹੈ। एकता जिंदाबाद, 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 हमारी एकता जिंदाबाद, जिंदाबाद, जिंदाबाद। सर, हमें सरकार की जो नीयत है वो साफ अच्छी नहीं लग रही है, क्योंकि हमारी तरफ हर तरह के दबाव बनाए जा रहे हैं। एक अंग्रेजी फ्रेज है, इफ यू वांट टू किल एनीबॉडी कॉल हिम अ डॉग एंड देन किल हिम। एक तरफ निजीकरण का प्रेशर लगातार बनाया जा रहा है, ब्रांचेज में स्टाफ की दिक्कत है, मैन पावर प्लानिंग की दिक्कत है, उसके साथ साथ जो हमारी जायज़ मांगे हैं उसे भी नहीं माना जा रहा है। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਦੇਸ਼ ਬੜੀ ਨਾਜ਼ੁਕ ਹਾਲਾਤ ਦੇ ਵਿੱਚ ਹੈ। ਦੇਸ਼ ਨੂੰ ਕਾਰਪੋਰੇਟ ਮੋਨੋਪੋਲਿਸਟਿਕ ਸਿਸਟਮ ਦੇ ਵਿੱਚ ਧਕੇਲਿਆ ਜਾ ਰਿਹਾ ਹੈ। ਲੱਗ ਹੀ ਰਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਆਪ ਹੀ ਤੰਗ ਹੋ ਜਾਣ ਤੇ ਮੁਲਾਜ਼ਮ ਛੱਡ ਦੇਣ ਇਸ ਸੈਕਟਰ ਨੂੰ। सरकार सार्वजनिक क्षेत्र के बैंकों को निजी हाथों में सौंपना चाहती है, और ये सुनियोजित साजिश के तहत इस तरह से किया जा रहा है ताकि यहाँ का माहौल इस तरह का हो जाए कि लोगों का विश्वास पब्लिक सेक्टर बैंकों के ऊपर से उठ जाए। ਰੁਜ਼ਗਾਰ ਦੀਆਂ ਗੱਲਾਂ ਚੱਲਦੀਆਂ ਨੇ, ਉਹਨਾਂ ਨੂੰ ਸਹੂਲਤਾਂ ਦੇਣ ਦੀਆਂ ਗੱਲਾਂ ਚੱਲਦੀਆਂ, ਪਰ ਇੱਥੇ ਉਹ ਚੀਜ਼ਾਂ ਨਜ਼ਰ ਅੱਜ ਕੱਲ੍ਹ ਸਰਕਾਰ ਵੱਲੋਂ ਹਰ ਗੱਲ ਸ਼ੂਗਰ ਕੋਟਿਡ ਕੀਤੀ ਜਾ ਰਹੀ ਹੈ। ਕਿ ਸਾਡਾ ਸਮਾਂ ਤਾਂ ਲੰਘ ਗਿਆ ਪਰ ਸਾਡੀ ਆਉਣ ਵਾਲੀ ਪੀੜ੍ਹੀ ਸੁਰੱਖਿਅਤ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਉਸ ਤਰੀਕੇ ਦਾ ਰੁਜ਼ਗਾਰ ਨਹੀਂ ਮਿਲਣਾ ਜਿਸ ਤਰੀਕੇ ਨਾਲ ਤੁਸੀਂ। ਉਸ ਦੇ ਤਹਿਤ ਇਹਨਾਂ ਨੇ ਪਿੱਛੇ ਜਿਹੜੇ 12 ਇੱਕ ਕਾਰਪੋਰੇਟ ਸੀਗੇ ਜੋ ਇੰਡਸਟਰੀਲਿਸਟ ਸੀਗੇ, ਉਹਨਾਂ ਦਾ ਫੈਸਲਾ ਕੀਤਾ। ਟੋਟਲ ਰਕਮ ਸੀਗੀ 4,42,000 ਕਰੋੜ ਰੁਪਇਆ, ਔਰ ਉਸ ਦੇ ਅੰਦਰ ਰਿਕਵਰੀ ਕਿੰਨੀ ਕੀਤੀ ਗਈ ਹੈ 1,62,000 ਕਰੋੜ ਰੁਪਇਆ, ਔਰ ਕੰਸੈਸ਼ਨ ਕਿੰਨਾ ਦਿੱਤਾ ਗਿਆ ਉਹਨਾਂ ਨੂੰ 2,79,000 ਕਰੋੜ ਰੁਪਇਆ, ਜਿਹੜੀ ਕਿ ਟੋਟਲ ਪਬਲਿਕ ਮਨੀ ਦੀ ਲੂਟ ਹੈ। हम अपने हितों की लड़ाई भी लड़ रहे हैं, लेकिन साथ में आम जनता की लड़ाई भी लड़ रहे हैं। ਸਿਰਫ ਦੇਸ਼ ਦੇ ਵਿੱਚ ਦੋ ਆਦਮੀ ਹੈ ਜਿਨ੍ਹਾਂ ਨੂੰ ਸਾਰਾ ਦੇਸ਼ ਜਿਹੜਾ ਹੈਂਡਓਵਰ ਕੀਤਾ ਜਾ ਰਿਹਾ ਹੈ, ਔਰ ਜਿਹੜੀ ਕਨਸੈਂਟ੍ਰੇਸ਼ਨ ਆਫ ਕੈਪੀਟਲ ਹੈ ਉਹ ਕਦੀ ਕਾਮਨ ਮੈਨ ਦੇ ਹੱਕ ਦੇ ਵਿੱਚ ਨਹੀਂ ਹੁੰਦੀ। हम लेके रहेंगे, हमें क्या चाहिए, अरे हमें क्या चाहिए। ਦੂਸਰੇ ਸੈਕਟਰ ਦੀ ਸਾਰੀ ਗੱਲ ਕੀਤੀ ਜਾਂਦੀ, ਬੈਂਕਾਂ ਖਰਾਬ ਹੋ ਰਹੀਆਂ, ਮਰਜ ਕੀਤੀਆਂ ਜਾ ਰਹੀਆਂ। ਲੱਗਦਾ ਕਿ ਸਿੱਧੇ ਤੌਰ ਤੇ ਲੋਕਾਂ ਨੂੰ ਮੂਰਖ ਬਣਾਇਆ। ਬਿਲਕੁਲ ਬਿਲਕੁਲ ਬਿਲਕੁਲ। ਅਗਰ ਤੁਸੀਂ ਕਿਸੇ ਵੀ ਬੈਂਕ ਦੀ ਬੈਲੈਂਸ ਸ਼ੀਟ ਚੱਕ ਕੇ ਦੇਖੋਗੇ, ਬੈਂਕਿੰਗ ਇੰਡਸਟਰੀ ਐਜ਼ ਅ ਹੋਲ ਦੀ ਬੈਲੈਂਸ ਸ਼ੀਟ ਚੱਕ ਕੇ ਦੇਖੋਗੇ, ਤੁਹਾਨੂੰ ਇਹ ਪਤਾ ਲੱਗੇਗਾ ਕਿ ਜਿਹੜੇ ਸੈਕਰੀਫਾਈਸਿਸ ਹੈ ਬੈਂਕ ਦੇ ਆਪਣੇ ਐਸੈਟ ਦੇ, ਬੈਂਕ ਦੀ ਆਪਣੀ ਪ੍ਰੋਫਿਟੇਬਿਲਿਟੀ ਦੇ, ਜਿਹੜਾ ਸਰਪਲਸ ਬੈਂਕਾਂ ਨੇ ਜਨਰੇਟ ਕੀਤਾ, EMPLOYEES ਨੇ ਜਨਰੇਟ ਕੀਤਾ, ਉਹਨੂੰ ਕਿਸ ਤਰ੍ਹਾਂ ਕੈਪੀਟਲ ਦੇ ਹੱਥ, ਕੈਪੀਟਲਿਸਟ ਦੇ ਹੱਥ ਦੇ ਵਿੱਚ ਸੈਕਰੀਫਾਈਸ ਕੀਤਾ ਜਾ ਰਿਹਾ ਹੈ। ਬੀਬੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਬੈਂਕਿੰਗ ਸੈਕਟਰ ਦੇ ਵੱਲ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਬਹੁਤ ਸਾਰੀਆਂ ਦਿੱਕਤਾਂ ਨੇ। ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਨਿੱਜੀਕਰਨ ਦੀ ਲੜਾਈ ਲੜਦੇ ਰਹੇ ਕਿ ਨਿੱਜੀਕਰਨ ਕੀਤਾ ਜਾ ਰਿਹਾ। ਹੁਣ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸੀਗੀਆਂ ਇਹਨਾਂ ਕਰਮਚਾਰੀਆਂ ਦੀਆਂ ਜਿਹੜੀਆਂ ਮੰਨ ਲਈਆਂ ਗਈਆਂ ਸੀ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਲੰਮਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ, ਅੱਜ ਇੱਕ ਵਾਰ ਫਿਰ ਸਟ੍ਰਾਈਕ ਕੀਤੀ ਹੈ, ਧਰਨਾ ਦਿੱਤਾ ਹੈਗਾ। ਸਰਕਾਰ ਨੂੰ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਜਿਹੜੀਆਂ ਮੰਗਾਂ ਮੰਨ ਲਈਆਂ ਗਈਆਂ ਲਾਗੂ ਕਿਉਂ ਨਹੀਂ ਕੀਤੀਆਂ ਜਾਂਦੀਆਂ? ਸਾਡੇ ਨਾਲ ਕਰਮਚਾਰੀ ਮੌਜੂਦ ਨੇ, ਗੱਲਬਾਤ ਕਰਕੇ ਸਮਝਣਾ ਹੈ ਕਿ ਅੱਜ ਜਿਹੜੇ ਹਾਲਾਤ ਬਣੇ ਨੇ ਇਹ ਮੰਗਾਂ ਮੰਨੀਆਂ ਕਿਉਂ ਨਹੀਂ ਜਾ ਰਹੀਆਂ। ਸਰ, ਕੀ ਨਾਮ ਹੈ ਜੀ ਤੁਹਾਡਾ? मेरा नाम संजय कुमार शर्मा है ਤੇ ਮੈਂ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਟਰਾਈ ਸਿਟੀ ਦਾ ਕਨਵੀਨਰ ਹੈਗਾ। ਸਰ, ਜੇ ਅਸੀਂ ਮੰਗਾਂ ਦੀ ਗੱਲ ਕਰੀਏ, ਕਿਹੜੀਆਂ ਮੰਗਾਂ ਨੂੰ ਲੈ ਕੇ ਸਟ੍ਰਾਈਕ ਕਰ ਰਹੇ ਹੋ? ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਮੰਗਾਂ ਮੰਨੀਆਂ ਨਾ ਗਈਆਂ ਹੋਣ, ਇੱਥੇ ਮੰਨੀਆਂ ਗਈਆਂ ਨੇ ਤੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਯੈਸ, ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਪਿਛਲੀ ਵੇਜ ਰਿਵੀਜ਼ਨ ਦੇ ਵਿੱਚ ਮੰਨੀਆਂ ਗਈਆਂ ਸੀ, ਇਹ ਪੈਂਡਿੰਗ ਨੇ। ਕੁਝ ਰੈਜ਼ੀਡਿਊਲ ਇਸ਼ੂਜ਼ ਨੇ ਜਿਨ੍ਹਾਂ ਦੇ ਵਿੱਚ ਸਾਡਾ 5-day ਵੀਕ ਜਿਹੜਾ ਹੈ ਉਹ ਸਭ ਤੋਂ ਇੰਪੋਰਟੈਂਟ ਸਾਡੀ ਮੰਗ ਹੈ। ਉਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਮੰਗ ਹੈ ਉਹ ਇਹ ਹੈ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਨਵੀਂ ਜਨਰੇਸ਼ਨ ਲਈ ਜਿਨ੍ਹਾਂ ਲਈ NPS ਲਾਗੂ ਕੀਤਾ ਹੈ ਉਹਨੂੰ ਹਟਾ ਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ DA ਲਿੰਕ ਉਹ ਲਾਗੂ ਕੀਤੀ ਜਾਵੇ। ਔਰ ਦੂਸਰੀ ਜਿਹੜੀ ਹੈ ਅਪਡੇਸ਼ਨ ਆਫ ਪੈਨਸ਼ਨ ਉਹ ਨਹੀਂ ਹੋ ਰਹੀ ਹੈ। ਜਿਹੜੇ ਵੀ ਸਾਡੇ ਕਰਮਚਾਰੀ ਜਾਂ ਅਧਿਕਾਰੀ ਅੱਜ ਤੋਂ 20 ਸਾਲ ਪਹਿਲਾਂ ਰਿਟਾਇਰ ਹੋਏ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਲੈਸ ਦੈਨ 15,000 ਹੈ। ਅੱਜ ਦੀ ਡੇਟ ਦੇ ਵਿੱਚ ਕਿ ਇੰਨੀ ਮਹਿੰਗਾਈ ਵੱਧ ਚੁੱਕੀ ਹੈ ਕਿ ਉਹਨਾਂ ਦਾ ਦੋ ਬੰਦਿਆਂ ਦਾ ਵੀ ਗੁਜ਼ਾਰਾ ਜਿਹੜਾ ਹੈ ਉਹ ਨਹੀਂ ਹੋ ਰਿਹਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਪਡੇਸ਼ਨ ਆਫ ਪੈਨਸ਼ਨ ਕੀਤੀ ਜਾਵੇ। ਇੱਕ ਹੋਰ ਮੁੱਦਾ ਜਿਹੜਾ ਸਾਡਾ ਹੈ ਉਹ ਇਹ ਹੈ ਕਿ ਜਿਹੜੀ ਵੇਜ ਰਿਵੀਜ਼ਨ ਹੈ ਉਹ ਦੋ ਬੈਂਕਾਂ ਦੇ ਵਿੱਚ ਹਜੇ ਵੀ ਲਾਗੂ ਨਹੀਂ ਹੋਈ ਹੈ। ਉਹ ਪ੍ਰਾਈਵੇਟ ਜਨਰੇਸ਼ਨ, ਓਲਡ ਜਨਰੇਸ਼ਨ ਪ੍ਰਾਈਵੇਟ ਬੈਂਕ ਹੈਗੇ ਨੇ। ਇੱਕ DBS ਬੈਂਕ ਹੈ ਜਿਹਦੇ ਚ ਲక్ష్ਮੀ ਵਿਲਾਸ ਬੈਂਕ ਜਿਹੜਾ ਮਰਜ ਹੋਇਆ ਸੀ, ਔਰ ਇੱਕ CSB ਬੈਂਕ ਹੈ। ਇਹ ਸਾਡੀਆਂ ਜਿਹੜੀਆਂ 5 ਮੁੱਖ ਮੰਗਾਂ ਨੇ ਜਿਹੜੀਆਂ ਆਲਰੇਡੀ ਐਗਰੀਡ ਅਪਨ ਨੇ, ਲੇਕਿਨ ਉਹਨਾਂ ਤੇ ਅੱਗੇ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ।
ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਸਰ ਕੀ ਨਾਮ ਤੁਹਾਡਾ? दीपक शर्मा। ਦੀਪਕ ਜੀ ਇਹ ਕਿਵੇਂ ਦੇਖਦੇ ਹੋ? ਪਹਿਲਾਂ ਇਹ ਸੀਗਾ ਕਿ ਮਰਜਰ ਹੋ ਰਿਹਾ, ਨਿੱਜੀਕਰਨ ਹੋ ਰਿਹਾ, ਪ੍ਰੈਸ਼ਰ ਵੱਧ ਰਿਹਾ, ਕੰਮ ਵੱਧ ਰਿਹਾ, ਪਰ ਦੂਸਰੇ ਪਾਸੇ ਹੁਣ ਦੂਸਰੀ ਲੜਾਈ ਵੀ ਲੜਨੀ ਪੈ ਰਹੀ। ਜਿਹੜੀਆਂ ਮੰਗਾਂ ਮੰਨ ਲਈਆਂ ਗਈਆਂ ਉਹ ਲਾਗੂ ਹੀ ਨਹੀਂ ਕੀਤੀਆਂ ਜਾ ਰਹੀਆਂ। ਮਨਸ਼ਾ ਕੀ ਨਜ਼ਰ ਆ ਰਹੀ ਸਰਕਾਰ ਦੀ? सर हमें सरकार की जो नीयत है वो साफ अच्छी नहीं लग रही है, क्योंकि हमारी तरफ हर तरह के दबाव बनाए जा रहे हैं। एक तरफ निजीकरण का प्रेशर लगातार बनाया जा रहा है, ब्रांचेज में स्टाफ की दिक्कत है, मैन पावर प्लानिंग की दिक्कत है, उसके साथ साथ जो हमारी जायज मांगे हैं उसे भी नहीं माना जा रहा है। आज पूरा समाज 4 डे वीक की बात करता है, लेकिन हमारे लिए 5 डे वीक भी अभी तक दूर की बात नजर आती है। जबकि सरकार ने पिछले वेज सेटलमेंट में कहा था कि हम 2 दिनों का जो सैटरडे ऑफ है, सेकंड और फोर्थ सैटरडे का, उसको हम एडहॉक बेसिस पर लेते हैं, लेकिन अगले सेटलमेंट में हम 5 डे वीक करेंगे। लेकिन उसके बावजूद भी अभी तक उस पर कोई मांग नहीं हुई है, कोई बात आगे नहीं बढ़ी है। पेंशन अपडेशन अभी तक जारी नहीं की गई। हमारे जो साथी आज से 30-35 साल पहले भी रिटायर हुए तो उनको वही पेंशन मिली जो उस वक्त मिलती थी। ਸਰ ਵੈਸੇ ਲੱਗ ਕੀ ਰਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਆਪ ਹੀ ਤੰਗ ਹੋ ਜਾਣ, ਇਹ ਮੁਲਾਜ਼ਮ ਛੱਡ ਦੇਣ ਇਸ ਸੈਕਟਰ ਨੂੰ? ਜੇ ਇਹ ਸੈਕਟਰ ਦੇ ਵਿੱਚ ਕਰਮਚਾਰੀ ਨਾ ਆਉਣਗੇ ਜਾਂ ਲੋਕ ਭਰਤੀ ਨਾ ਹੋਣਗੇ, ਕਿਉਂਕਿ ਜਿਸ ਤਰੀਕੇ ਨਾਲ ਸਕੀਮਾਂ ਲਗਾਤਾਰ ਘਟਾਈਆਂ ਜਾ ਰਹੀਆਂ, ਸਹੂਲਤਾਂ ਲਗਾਤਾਰ ਘਟਾਈਆਂ ਜਾ ਰਹੀਆਂ, ਜੇ ਬੈਂਕਿੰਗ ਸੈਕਟਰ ਪ੍ਰਭਾਵਿਤ ਹੁੰਦਾ, ਤੁਹਾਨੂੰ ਕੀ ਨਜ਼ਰ ਕੀ ਆ ਰਿਹਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਤੇ ਜਾਂ ਪਬਲਿਕ ਸੈਕਟਰ ਤੇ ਕੀ ਅਸਰ? सरकार सार्वजनिक क्षेत्र के बैंकों को निजी हाथों में सौंपना चाहती है, और ये सुनियोजित साजिश के तहत इस तरह से किया जा रहा है ताकि यहाँ का माहौल इस तरह का हो जाए कि लोगों का विश्वास पब्लिक सेक्टर बैंकों के ऊपर से उठ जाए, उनका भरोसा उठ जाए, और जो कर्मचारी अधिकारी वो इतने तंग हो जाएं कि इन बैंकों से वो चाहें कि ये निजी हाथों में ही चले जाएं। एक तरह का माहौल जो है वो तैयार किया जा रहा है ताकि इन्हें निजी हाथों में सौंपना बहुत आसान हो जाए। ਮੈਂ ਪਿਛਲੀ ਵਾਰੀ ਗੱਲ ਕਰ ਰਿਹਾ ਸੀਗਾ ਤਾਂ ਤੁਸੀਂ ਜਿੰਨੇ ਵੀ ਤੁਹਾਡੇ ਸਾਥੀ ਨੇ ਉਹ ਇਹ ਕਹਿੰਦੇ ਸੀਗੇ ਕਿ ਸਾਡਾ ਸਮਾਂ ਤਾਂ ਲੰਘ ਗਿਆ, ਪਰ ਸਾਡੀ ਆਉਣ ਵਾਲੀ ਪੀੜ੍ਹੀ ਸੁਰੱਖਿਅਤ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਉਸ ਤਰੀਕੇ ਦਾ ਰੁਜ਼ਗਾਰ ਨਹੀਂ ਮਿਲਣਾ ਜਿਸ ਤਰੀਕੇ ਨਾਲ ਤੁਸੀਂ ਕਰਦੇ। आने वाली पीढ़ी का भविष्य तो धूमिल है ही है, आपकी बात बिल्कुल सही है, लेकिन उसके साथ साथ जनता जो है उसे भी जो झेलना पड़ेगा। प्राइवेट सेक्टर बैंकों में जिस तरह से चार्जेस लगाए जाते हैं उसका आम असर जो है वो आम जनता के ऊपर पड़ेगा। गरीब जनता से बैंकिंग सेवाएं बड़ी महंगी हो जाएंगी, उन्हें बैंकिंग सेवाओं के लिए जो है शुल्क जो है अतिरिक्त देना पड़ेगा, और जो सेवाएं हम लोग सब पब्लिक सेक्टर बैंक जो प्रदान करें वो सेवाएं वहाँ पर नहीं मिलेंगी, और आने वाले दिनों में आम जनता को बहुत कठिनाई होगी। और ये आंदोलन बैंक कर्मचारियों और अधिकारियों का आंदोलन नहीं है, वास्तव में आम जनता का आंदोलन है। हम अपने हितों की लड़ाई भी लड़ रहे हैं, लेकिन साथ में आम जनता की लड़ाई भी लड़ रहे हैं। ਸਰ ਕੀ ਨਾਮ ਤੁਹਾਡਾ? PR ਮਹਿਤਾ। ਡਾਕਟਰ ਸਾਹਿਬ ਇਹ ਜਿਹੜੇ ਹਾਲਾਤ ਬਣੇ ਨੇ, ਨਜ਼ਰ ਕੀ ਆ ਰਿਹਾ? ਸਰਕਾਰ ਕਰਨ ਕੀ ਜਾ ਰਹੀ ਤੁਹਾਡੀ? ਇੰਟੈਂਸ਼ਨਸ ਬੜੀਆਂ ਕਲੀਅਰ ਹੈ ਕਿ ਜਿਹੜਾ ਪਬਲਿਕ ਸੈਕਟਰ ਹੈ ਹਰ ਜਗ੍ਹਾ ਤੇ ਉਹਨੂੰ ਡਿਸਕਰੇਜ ਕੀਤਾ ਜਾ ਰਿਹਾ ਹੈ, ਉਹਨੂੰ ਡਿਸਮੈਂਟਲ ਕੀਤਾ ਜਾ ਰਿਹਾ ਹੈ, ਪ੍ਰਾਈਵੇਟ ਕੈਪੀਟਲ ਨੂੰ ਹੈਂਡਓਵਰ ਕੀਤਾ ਜਾ ਰਿਹਾ ਹੈ। ਔਰ ਅੱਜ ਇਹ ਹੈ ਕਿ ਪਬਲਿਕ ਸੈਕਟਰ ਦੇ ਵਿੱਚ ਰਿਕਰੂਟਮੈਂਟ ਅਗਰ ਨਹੀਂ ਹੋਏਗੀ, ਜਿੱਥੇ ਤੱਕ ਸਰਵਿਸ ਚਾਰजेस ਹੈ ਆਲਮੋਸਟ ਇਹਨੂੰ ਐਟ ਪਾਰ ਪ੍ਰਾਈਵੇਟ ਬੈਂਕਾਂ ਨਾਲ ਲਿਆਇਆ ਜਾ ਰਿਹਾ ਹੈ, ਔਰ ਜਿਹੜੀ ਸਰਵਿਸ ਰੈਂਡਰ ਕਰਦੇ ਆ ਅਸੀਂ ਕਾਊਂਟਰ ਦੇ ਉਹਨੂੰ ਸ਼ਰਿੰਕ ਕੀਤਾ ਜਾ ਰਿਹਾ ਹੈ, ਕਿਉਂਕਿ ਸਟਾਫ ਦੀ ਕੋਈ ਇਨਐਡਿਕੁਏਟ ਸਟਾਫ ਜਿਹੜਾ ਹੈ, ਐਡੀਕੇਟ ਸਟਾਫ ਨਹੀਂ ਦਿੱਤਾ ਜਾ ਰਿਹਾ। ਇਨਐਡੀਕੇਟ ਜਿਹੜੀ ਸਟਾਫ ਸਟਰੈਂਥ ਹੈ ਉਹਦਾ ਨਤੀਜਾ ਹੈ ਕਿ ਕਸਟਮਰ ਸਰਵਿਸ ਜਿਹੜੀ ਹੈ ਉਹ ਐਡਵਰਸਲੀ ਇਫੈਕਟ ਹੋ ਰਹੀ ਹੈ, ਔਰ ਪਬਲਿਕ ਸੈਕਟਰ ਜਿਹੜਾ ਉਹਨੂੰ ਬਦਨਾਮ ਡੈਲੀਬਰੇਟਲੀ ਕੈਲਕੂਲੇਟਲੀ ਕੀਤਾ ਜਾ ਰਿਹਾ ਹੈ। ਇੱਕ ਅੰਗਰੇਜ਼ੀ ਦੀ ਫਰੇਜ਼ ਹੈ, ਇਫ ਯੂ ਵਾਂਟ ਟੂ ਕਿਲ ਐਨੀਬਾਡੀ ਕਾਲ ਹਿਮ ਅ ਡੌਗ ਐਂਡ ਦੈਨ ਕਿਲ ਹਿਮ। ਇਹ ਪਬਲਿਕ ਸੈਕਟਰ ਜਿਹੜਾ ਉਹਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ, ਔਰ EMPLOYEE ਨੂੰ ਇਸ ਤਰ੍ਹਾਂ ਸੈਂਡਵਿਚ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਸਾਰੇ ਸਿਸਟਮ ਦੇ ਵਿੱਚੋਂ ਲੋਕਾਂ ਦਾ ਵਿਸ਼ਵਾਸ ਹਟ ਜਾਏ। ਔਰ ਜਿਹੜਾ ਪਬਲਿਕ ਸੈਕਟਰ ਹੈ, ਸਿਰਫ ਬੈਂਕਿੰਗ ਨਹੀਂ, ਹਰ ਪਬਲਿਕ ਸੈਕਟਰ ਸਰਕਾਰੀ ਜਿਹੜਾ ਅਦਾਰਾ ਹੈ ਜਿਨ੍ਹਾਂ ਨੂੰ 70 ਸਾਲ ਤੋਂ ਇਸ ਦੇਸ਼ ਨੂੰ ਸਰਵਿਸਿਜ਼ ਦੇ ਰਿਹਾ ਹੈ, ਉਹਨਾਂ ਨੂੰ ਪ੍ਰਾਈਵੇਟ ਕੈਪੀਟਲ ਨੂੰ ਦਿੱਤਾ ਜਾਏ। ਔਰ ਪ੍ਰਾਈਵੇਟ ਕੈਪੀਟਲ ਨੂੰ ਕਿਉਂ ਦਿੱਤਾ ਜਾ ਰਿਹਾ ਹੈ ਇਹ ਸਭ ਕੋਈ ਇਹਨੂੰ ਕਹਿਣ ਦੀ ਜ਼ਰੂਰਤ ਨਹੀਂ ਡਾਕਟਰ ਹੈ। ਸਾਹਿਬ ਬੜਾ ਅਹਿਮ ਪੁਆਇੰਟ ਤੁਸੀਂ ਚੱਕਿਆ ਕਿ ਜਾਣਬੁੱਝ ਕੇ ਡੈਲੀਬਰੇਟਲੀ ਸਿੱਧੇ ਤੌਰ ਤੇ ਬਦਨਾਮ ਕੀਤਾ ਜਾਂਦਾ। ਆਮ ਤੌਰ ਤੇ ਲੋਕਾਂ 'ਚ ਵੀ ਇਹ ਧਾਰਨਾ ਬਣੀ ਹੋਈ ਹੈ ਕਿ ਬੈਂਕਿੰਗ ਜਦੋਂ ਅਸੀਂ ਪ੍ਰਾਈਵੇਟ ਸੈਕਟਰ 'ਚ ਜਾਂਦੇ ਸਾਨੂੰ ਸਹੂਲਤਾਂ ਵਧੀਆ ਮਿਲਦੀਆਂ, ਜਦੋਂ ਪਬਲਿਕ ਸੈਕਟਰ ਦੇ ਬੈਂਕ ਦੇ ਵਿੱਚ ਜਾਂਦੇ ਆ ਤਾਂ ਉੱਥੇ ਸਾਨੂੰ ਕਿੰਨਾ ਚਿਰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ। ਕਾਰਨ ਨਹੀਂ ਹੁੰਦਾ ਪਤਾ ਉਹਨਾਂ ਨੂੰ ਕਿ ਕਾਰਨ ਕੀ ਹੈ ਪਿੱਛੇ, ਕਿ ਵੇਲੇ ਸਟਾਫ ਦੀ ਕਮੀ ਹੈ, ਕਿਸੇ ਵੇਲੇ ਉਸ ਤਰੀਕੇ ਦੀ ਸਹੂਲਤਾਂ ਨਹੀਂ। Common man is not concerned with it. They are concerned with the service which is rendered on the counter. Their basic question is that when we go to a public sector bank, we are not getting the desired service, and nobody is aware of it. Nobody would like to know it, whether there is shortage of staff and who will meet this shortage. It is the responsibility of the bankers and the government. It is not the responsibility of a person sitting on the counter. But of course, who will be accused? Person who is on the counter will be accused, institution will be accused, the total system which is called public sector institution system, that will be accused. ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ। ਸਰ ਕੀ ਨਾਮ ਤੁਹਾਡਾ? ਮੈਂ SK ਗੌਤਮ, ਜੁਆਇੰਟ ਸੈਕਟਰੀ AIBA, ਜਨਰਲ ਸੈਕਟਰੀ ਪੰਜਾਬ ਬੈਂਕ EMPLOYEES। ਬੜੀ ਅਹਿਮ, ਮੈਨੂੰ ਲੱਗਦਾ ਕਿ ਬੜੀ ਅਹਿਮ ਲੜਾਈ ਹੈ ਇੱਕ ਹਿਸਾਬ ਦੇ ਨਾਲ ਇਹ ਵੀ, ਕਿ ਸਰਕਾਰਾਂ ਤੋਂ ਆਪਣੇ ਹੱਕ ਮਨਵਾਉਣਾ। ਲੱਗਦਾ ਕਿ ਇਸ ਵੇਲੇ ਬੜੇ ਹਾਲਾਤ ਨਾਜ਼ੁਕ ਨੇ, ਜੇ ਪਬਲਿਕ ਸੈਕਟਰ ਪ੍ਰਭਾਵਿਤ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਲਈ ਦਿੱਕਤਾਂ ਬਹੁਤ ਵੱਡੇ ਪੱਧਰ ਤੇ ਖੜੀਆਂ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਦੇਸ਼ ਬੜੀ ਨਾਜ਼ੁਕ ਹਾਲਾਤ ਦੇ ਵਿੱਚ ਹੈ। ਦੇਸ਼ ਨੂੰ
ਕਾਰਪੋਰੇਟ ਮੋਨੋਪੋਲਿਸਟਿਕ ਸਿਸਟਮ ਦੇ ਵਿੱਚ ਧਕੇਲਿਆ ਜਾ ਰਿਹਾ ਹੈ ਔਰ ਸਾਰਾ ਕੁਝ ਜਿਹੜਾ ਹੈਗਾ ਪਬਲਿਕ ਸੈਕਟਰ ਨੂੰ ਪ੍ਰਾਈਵੇਟਾਈਜ਼ ਕਰਕੇ ਕਾਰਪੋਰੇਟਸ ਦੇ ਹੱਥਾਂ ਦੇ ਵਿੱਚ ਸੌਂਪ ਕੇ ਔਰ ਇੱਕ ਦੇਸ਼ ਦੇ ਅੰਦਰ ਇੱਕ ਅਰਾਜਕਤਾ ਦਾ ਜਿਹੜਾ ਵਾਤਾਵਰਣ ਹੋਏਗਾ, ਐਵਰੀ ਪਾਵਰ ਵਿਲ ਵਿਦ them। ਔਰ ਅੱਜ ਅਸੀਂ ਸਾਡੇ ਉੱਤੇ ਬੈਂਕਿੰਗ ਇੰਡਸਟਰੀ ਦੇ ਉੱਤੇ ਇਸ ਦਾ ਤਜਰਬਾ ਕੀਤਾ ਜਾ ਰਿਹਾ। ਤੁਸੀਂ ਦੇਖਿਆ ਕਿ ਅਸੀਂ ਲਗਾਤਾਰ ਭਾਵੇਂ ਪ੍ਰਾਈਵੇਟਾਈਜੇਸ਼ਨ ਹੋਵੇ, ਭਾਵੇਂ ਜੋ ਹੋਰ ਬੈਂਕਿੰਗ ਰਿਫਾਰਮਸ ਦੇ ਨਾਂ ਦੇ ਉੱਤੇ ਪਾਲਿਸੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ, ਉਹਨਾਂ ਦੇ ਖਿਲਾਫ ਅਸੀਂ ਸੰਘਰਸ਼ ਕਰ ਰਹੇ ਹਾਂ। ਔਰ ਅੱਜ ਸਾਡੀ ਇੱਕ ਬੜੀ ਲੈਜੀਟੀਮੇਟ ਔਰ ਜੈਨੂਇਨ ਜਿਹੜੀਆਂ ਡਿਮਾਂਡਸ ਨੇ, ਜਿਨ੍ਹਾਂ ਨੂੰ ਕਿ ਇਸ ਪਿਛਲੀ ਜਿਹੜੀ ਸੈਟਲਮੈਂਟ ਸੀਗੀ ਸਾਡੀ ਪ੍ਰਿੰਸੀਪਲੀ ਐਗਰੀ ਪ੍ਰਿੰਸੀਪਲੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਡਿਮਾਂਡਸ ਨੂੰ ਐਗਰੀ ਕਰਦੇ ਹਾਂ ਤੇ ਥੋੜੇ ਸਮੇਂ ਦੇ ਅੰਦਰ ਸਾਨੂੰ ਸਮਾਂ ਦਿਓ, ਇਹਨਾਂ ਨੂੰ ਡਿਸਾਈਡ ਕੀਤਾ ਜਾਏਗਾ। ਲੇਕਿਨ ਹੁਣ ਸਾਡੀ ਜਿਹੜੀ ਹੈ ਨੈਕਸਟ ਜਿਹੜੀ ਬਾਈਪਾਰਟਿਡ ਸੈਟਲਮੈਂਟ ਡਿਊ ਹੋਣ ਜਾ ਰਹੀ ਹੈ, ਲੇਕਿਨ ਪੁਰਾਣੀਆਂ ਡਿਮਾਂਡਸ ਨੂੰ ਸਾਡੀਆਂ ਨੂੰ ਐਕਸੀਡ ਨਹੀਂ ਕੀਤਾ ਜਾ ਰਿਹਾ। ਜਿਸ ਦੇ ਅੰਦਰ 5 ਡੇ ਵੀਕ ਦੀ ਗੱਲ ਹੈ ਔਰ ਜਿਸ ਢੰਗ ਦੇ ਨਾਲ ਸਾਡੀ ਪੈਨਸ਼ਨ ਅਪਡੇਸ਼ਨ ਦੀ ਮੇਰੇ ਕਲੀਗਸ ਨੇ ਤੁਹਾਡੇ ਨਾਲ ਗੱਲ ਕੀਤੀ ਹੈ, ਪੈਨਸ਼ਨ ਅਪਡੇਸ਼ਨ ਹੈ ਔਰ ਨਵੀਂ ਜਿਹੜੀ ਜਨਰੇਸ਼ਨ ਹੈ ਉਹਦੇ ਲਈ ਜਿਹੜੀ NPS ਹੈ, ਜਿਹੜੀ ਕਿ ਬੜੀ ਡੇਂਜਰਸ ਹੈਗੀ ਹੈ, ਸੋਸ਼ਲ ਸਿਕਿਉਰਿਟੀ ਹੁੰਦੀ ਹੈ, ਉਸ ਨੂੰ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਇਸ NPS ਨੂੰ ਸਕ੍ਰੈਪ ਕਰਕੇ, ਔਰ ਬਹੁਤ ਸਾਰੀਆਂ ਸਰਕਾਰਾਂ ਨੇ ਹੁਣ ਇਹ ਸ਼ੁਰੂਆਤ ਕੀਤੀ ਹੈ ਕਿ ਇਸ NPS ਨੂੰ ਸਕ੍ਰੈਪ ਕਰਕੇ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਸ ਨੂੰ ਵੀ ਅਪਡੇਸ਼ਨ ਕੀਤਾ ਜਾਏ। ਔਰ ਸਾਡੇ ਜਿਹੜੇ 2 ਬੈਂਕ ਐਸੇ ਬੈਂਕ ਨੇ, ਸਾਡੇ ਸਾਰੀ ਬੈਂਕਿੰਗ ਇੰਡਸਟਰੀ ਦੇ ਅੰਦਰ ਸੈਟਲਮੈਂਟ ਜਿਹੜੀ ਲਾਸਟ ਹੈ ਉਹ ਇੰਪਲੀਮੈਂਟ ਕੀਤੀ ਗਈ, ਲੇਕਿਨ ਕੈਥੋਲਿਕ ਸੈਂਚੂਰੀਅਨ ਬੈਂਕ ਐਂਡ DBS ਜੋ ਲక్ష్ਮੀ ਵਿਲਾਸ ਬੈਂਕ ਸੀਗਾ ਜੋ ਮਰਜ ਹੋਇਆ DBS ਦੇ ਅੰਦਰ, ਉਸ ਦੇ ਅੰਦਰ ਇਸ ਸੈਟਲਮੈਂਟ ਨੂੰ ਐਕਸਟੈਂਡ ਨਹੀਂ ਕੀਤਾ ਜਾ ਰਿਹਾ। ਔਰ ਸਾਡੇ ਬਹੁਤ ਸਾਰੇ ਰੈਜ਼ੀਡੂਅਲ ਇਸ਼ੂਜ਼ ਜਿਨ੍ਹਾਂ ਦੇ ਵਿੱਚ ਸਿਰਫ ਇੰਟੈਂਸ਼ਨ ਦੀ ਗੱਲ ਹੈ, ਕੋਈ ਇਕਨੋਮਿਕ ਇੰਪਲੀਕੇਸ਼ਨ ਨਹੀਂ ਹੈਗੀ ਹੈ, ਉਹਨਾਂ ਨੂੰ ਜਾਣਬੁੱਝ ਕੇ ਡਿਸਾਈਡ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਅਸੀਂ ਅੱਜ ਮਜਬੂਰ ਹੋ ਕੇ 27 ਜੂਨ ਨੂੰ ਜੋ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਹੈ, ਜਿਹਦੇ ਵਿੱਚ 9 ਯੂਨੀਅਨਸ ਸ਼ਾਮਲ ਨੇ ਔਰ 100% ਆਫੀਸਰਸ ਤੇ ਵਰਕਮੈਨ ਜਿਹੜਾ ਸ਼ਾਮਲ ਹੈ, ਉਹ ਅਸੀਂ ਹੜਤਾਲ ਤੇ ਜਾ ਰਹੇ ਹਾਂ 27 ਜੂਨ ਨੂੰ। ਜੇ ਇਸ ਹੜਤਾਲ ਤੋਂ ਬਾਅਦ ਵੀ ਫੈਸਲਾ ਨਾ ਕੀਤਾ ਗਿਆ ਤਾਂ ਯੂਨਾਈਟਿਡ ਫੋਰਮ ਮਜਬੂਰ ਹੋ ਕੇ ਹੋਰ ਜਿਹੜੀਆਂ ਸਾਡੀਆਂ ਸਟ੍ਰਾਈਕ ਐਂਡ ਸਟ੍ਰਾਈਕ ਐਕਸ਼ਨਸ ਨੇ ਔਰ ਇਸ ਐਜੀਟੇਸ਼ਨ ਨੂੰ ਇੰਟੈਂਸੀਫਾਈ ਕਰਨ ਦੇ ਲਈ ਫੈਸਲੇ ਲਏਗਾ। ਇੱਕ ਬੜੀ ਅਹਿਮ ਚੀਜ਼ ਆ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹੌਲੀ-ਹੌਲੀ ਕਰਕੇ ਪਬਲਿਕ ਸੈਕਟਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਐਟ ਦੀ ਐਂਡ ਜੇ ਇਸ ਮਨਸ਼ਾ ਦੇ ਨਾਲ ਸਰਕਾਰਾਂ ਤੁਰੀਆਂ ਹੋਈਆਂ ਨੇ, ਅਕਸਰ ਅਸੀਂ ਕਹਿੰਦੇ ਕਿ ਸਰਕਾਰ ਇਹ ਕਹਿੰਦੀ ਹੁੰਦੀ ਕਿ ਅਸੀਂ ਲੋਕਾਂ ਦੇ ਹਿਤੈਸ਼ੀ ਹੈਗੇ, ਲੋਕਾਂ ਦੇ ਹੱਕ ਦੀ ਗੱਲ ਕਰਨੀ, ਪਰ ਨਜ਼ਰ ਆ ਰਿਹਾ ਕਿ ਇੱਥੇ ਲੋਕਾਂ ਦੇ ਹੱਕ ਦੀ ਗੱਲ ਹੋ ਰਹੀ ਹੈ ਜਾਂ ਲੋਕਾਂ ਦੇ ਵੱਲ ਦੀ ਗੱਲ ਹੋ ਰਹੀ ਹੈ, ਰੁਜ਼ਗਾਰ ਦੀਆਂ ਗੱਲਾਂ ਚੱਲਦੀਆਂ ਨੇ, ਉਹਨਾਂ ਨੂੰ ਸਹੂਲਤਾਂ ਦੇਣ ਦੀਆਂ ਗੱਲਾਂ ਚੱਲਦੀਆਂ, ਪਰ ਇੱਥੇ ਉਹ ਚੀਜ਼ਾਂ ਨਜ਼ਰ ਆ। ਅੱਜ ਕੱਲ੍ਹ ਸਰਕਾਰ ਵੱਲੋਂ ਹਰ ਗੱਲ ਸ਼ੂਗਰ ਕੋਟਡ ਕੀਤੀ ਜਾ ਰਹੀ ਹੈ। ਜਿਸ ਢੰਗ ਦੇ ਨਾਲ ਅਸੀਂ ਕੁਨੀਨ ਦਿੰਦੇ ਹਾਂ ਉਹਨੂੰ ਸ਼ੂਗਰ ਕੋਟ ਕਰਕੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਕੌੜੀ ਸੀਗੀ। ਅੱਜ ਜਿਸ ਕਿਸਮ ਦੇ ਨਾਲ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਇੰਨਾ ਸਖਤ ਕਾਨੂੰਨ ਬਣਾਵਾਂਗੇ ਜਿਸ ਦੇ ਅੰਦਰ ਅਸੀਂ ਬੈਂਕਿੰਗ ਇੰਡਸਟਰੀ ਜਿਹੜਾ ਪੈਸਾ ਡੁੱਬਿਆ ਹੋਇਆ ਹੈ, ਦੂਜੀਆਂ ਸਰਕਾਰਾਂ ਨੇ ਡੁਬੋਇਆ ਸੀਗਾ, ਉਹਨਾਂ ਨੂੰ ਰਿਕਵਰ ਕਰਾਂਗੇ। ਔਰ ਉਹਨਾਂ ਨੇ ਇੱਕ ਜਿਹੜਾ ਹੈਗਾ ਕਾਨੂੰਨ ਬਣਾਇਆ ਬੈਂਕਿੰਗ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ, ਉਸ ਦੇ ਤਹਿਤ ਇਹਨਾਂ ਨੇ ਪਿੱਛੇ ਜਿਹੜੇ 12 ਇੱਕ ਕਾਰਪੋਰੇਟ ਸੀਗੇ ਜੋ ਇੰਡਸਟਰੀਅਲਿਸਟ ਸੀਗੇ, ਉਹਨਾਂ ਦਾ ਫੈਸਲਾ ਕੀਤਾ। ਟੋਟਲ ਰਕਮ ਸੀਗੀ 4,42,000 ਕਰੋੜ ਰੁਪਇਆ ਔਰ ਉਸ ਦੇ ਅੰਦਰ ਰਿਕਵਰੀ ਕਿੰਨੀ ਕੀਤੀ ਗਈ ਹੈ 1,62,000 ਕਰੋੜ ਰੁਪਇਆ ਔਰ ਕੰਸੈਸ਼ਨ ਕਿੰਨਾ ਦਿੱਤਾ ਗਿਆ ਉਹਨਾਂ ਨੂੰ 2,79,000 ਕਰੋੜ ਰੁਪਇਆ, ਜਿਹੜੀ ਕਿ ਟੋਟਲ ਪਬਲਿਕ ਮਨੀ ਦੀ ਲੂਟ ਹੈ। ਔਰ ਇੰਨਾ ਤੁਸੀਂ ਡਿਸਕਾਊਂਟ ਜਿਹੜਾ ਹੈਗਾ ਅਪ ਟੂ 93% ਆਫ ਡਿਸਕਾਊਂਟ ਕਰਜ਼ਿਆਂ ਦੇ ਅੰਦਰ ਦਿੱਤਾ ਜਾ ਰਿਹਾ ਹੈ। ਕੋਈ ਕਿਸੇ ਦੀ ਅਕਾਊਂਟੇਬਿਲਿਟੀ ਨਹੀਂ, ਕਿਸੇ ਦੇ ਉੱਤੇ ਕੋਈ ਕੇਸ ਨਹੀਂ, ਕੋਈ ਕਿਸੇ ਕਿਸਮ ਦੀ ਪ੍ਰਾਪਰਟੀ ਰਿਲਾਈਜ਼ੇਬਲ ਵੈਲਿਊ ਦੀ ਬੈਂਕਾਂ ਦੇ ਕੋਲ ਗਿਰਵੀ ਪਈ ਹੋਈ ਹੈ। ਸਿਰਫ ਦੇਸ਼ ਦੇ ਵਿੱਚ 2 ਆਦਮੀ ਹੈ ਜਿਨ੍ਹਾਂ ਨੂੰ ਸਾਰਾ ਦੇਸ਼ ਜਿਹੜਾ ਹੈਂਡਓਵਰ ਕੀਤਾ ਜਾ ਰਿਹਾ ਹੈ ਔਰ ਜਿਹੜੀ ਕਨਸੈਂਟ੍ਰੇਸ਼ਨ ਆਫ ਕੈਪੀਟਲ ਹੈ ਉਹ ਕਦੀ ਕਾਮਨ ਮੈਨ ਦੇ ਹੱਕ ਦੇ ਵਿੱਚ ਨਹੀਂ ਹੁੰਦੀ। ਅੱਜ ਹਰ ਬੈਂਕ ਦਾ ਜਿਹੜਾ ਆਪਰੇਟਿਵ ਪ੍ਰੋਫਿਟ ਹੈ ਉਹਦਾ 70 ਤੋਂ 79% ਜਿਹੜਾ ਹੈ ਉਹ ਨਾਨ ਪਰਫਾਰਮਿੰਗ ਐਸੈਟਸ ਨੂੰ ਰਾਈਟ ਆਫ ਕਰਨ ਦੇ ਵਿੱਚ ਲਗਾਇਆ ਜਾ ਰਿਹਾ ਹੈ ਔਰ ਸਿਰਫ 13% 12% ਨੂੰ ਪ੍ਰੋਫਿਟ ਲਗਾਇਆ ਜਾ ਰਿਹਾ ਔਰ ਬਦਨਾਮ ਕੀਤਾ ਜਾ ਰਿਹਾ ਐਮਪਲਾਈਜ਼ ਨੂੰ, ਸਰਵਿਸ ਕੰਡੀਸ਼ਨ ਨੂੰ, ਐਸਟੈਬਲਿਸ਼ਮੈਂਟ ਐਕਸਪੈਂਸਿਸ ਨੂੰ, ਕਾਸਟ ਕਟਿੰਗ ਦੇ ਨਾਂ ਤੇ ਹਰ ਚੀਜ਼ ਨੂੰ ਤੋੜਿਆ ਜਾ ਰਿਹਾ। ਬੜੀ ਤੁਸੀਂ NPA ਦੀ ਗੱਲ ਛੇੜ ਹੀ ਲਈ ਹੈ, ਬੜੀ ਚਿੰਤਾ ਦੀ ਗੱਲ ਹੈ ਕਿ ਇੱਕ ਪਾਸੇ ਨਾਨ ਪਰਫਾਰਮਿੰਗ ਐਸੈਟਸ ਜਿਹੜੇ ਨੇ ਉਹਨਾਂ ਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ, ਦੂਸਰੇ ਸੈਕਟਰ ਦੀ ਸਾਰੀ ਗੱਲ ਕੀਤੀ ਜਾਂਦੀ, ਬੈਂਕਾਂ ਖਰਾਬ ਹੋ ਰਹੀਆਂ, ਮਰਜ ਕੀਤੀਆਂ ਜਾ ਰਹੀਆਂ। ਲੱਗਦਾ ਕਿ ਸਿੱਧੇ ਤੌਰ ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਬਿਲਕੁਲ ਅਗਰ ਤੁਸੀਂ ਕਿਸੇ ਵੀ ਬੈਂਕ ਦੀ ਬੈਲੈਂਸ ਸ਼ੀਟ ਚੱਕ ਕੇ ਦੇਖੋਗੇ, ਬੈਂਕਿੰਗ ਇੰਡਸਟਰੀ ਐਜ਼ ਏ ਹੋਲ ਦੀ ਬੈਲੈਂਸ ਸ਼ੀਟ ਚੱਕ ਕੇ ਦੇਖੋਗੇ, ਤੁਹਾਨੂੰ ਇਹ ਪਤਾ ਲੱਗੇਗਾ ਕਿ ਜਿਹੜੇ ਸੈਕਰੀਫਾਈਸਿਸ ਹੈ ਬੈਂਕ ਦੇ ਆਪਣੇ ਐਸੈਟ ਦੇ, ਬੈਂਕ ਦੀ ਆਪਣੀ ਪ੍ਰੋਫਿਟੇਬਿਲਿਟੀ ਦੇ, ਜਿਹੜਾ ਸਰਪਲਸ ਬੈਂਕਾਂ ਨੇ ਜਨਰੇਟ ਕੀਤਾ ਹੈ, EMPLOYEES ਨੇ ਜਨਰੇਟ ਕੀਤਾ ਹੈ, ਉਹਨੂੰ ਕਿਸਾਂ ਕੈਪੀਟਲ ਦੇ ਹੱਥ, ਕੈਪੀਟਲਿਸਟਿਕ ਦੇ ਹੱਥ ਦੇ ਵਿੱਚ ਸੈਕਰੀਫਾਈਸ ਕੀਤਾ ਜਾ ਰਿਹਾ ਹੈ। ਔਰ ਮਜ਼ੇਦਾਰ ਚੀਜ਼ ਹੈ ਕਿ ਇਹਨਾਂ ਲੋਕਾਂ ਦੀ ਪ੍ਰਾਪਰਟੀ ਜਿਹੜੀਆਂ ਬੈਂਕ ਕੋਲ ਗਿਰਵੀ ਪਈਆਂ ਉਹਨਾਂ ਦੀ ਵੈਲਿਊ ਕਿਤੇ ਜ਼ਿਆਦਾ ਉਹਨਾਂ ਨੂੰ ਰਿਲੀਜ਼ ਕੀਤਾ ਜਾ ਰਿਹਾ। ਜੇ ਇਹੀ ਹਾਲ ਰਿਹਾ, 27 ਜੂਨ
ਜੇ ਆਖਿਰਕਾਰ ਇਦਾਂ ਹੀ ਇਹ ਚੀਜ਼ਾਂ ਚੱਲਦੀਆਂ ਰਹੀਆਂ ਤੇ ਤੁਹਾਨੂੰ ਨਤੀਜੇ ਕੀ ਨਜ਼ਰ ਆ ਰਹੇ ਨੇ, ਰਿਜ਼ਲਟ ਕੀ ਨਜ਼ਰ ਆ ਰਿਹਾ? ਬੈਂਕਿੰਗ ਨੂੰ ਪ੍ਰਾਈਵੇਟ ਕੈਪੀਟਲ ਨੂੰ ਦਿੱਤਾ ਜਾਏਗਾ, ਜਿਸ ਤਰ੍ਹਾਂ 1969 ਤੋਂ ਪਹਿਲੇ ਬੈਂਕ ਪ੍ਰਾਈਵੇਟ ਅਦਾਰੇ ਹੁੰਦੇ ਸੀ ਔਰ ਜਿਹੜਾ ਕਾਮਨ ਮੈਨ ਦਾ ਸੇਵਿੰਗਸ ਹੁੰਦੀਆਂ ਸੀ, ਔਰ ਜਿਹੜੀ ਪ੍ਰਾਈਵੇਟ ਕੈਪੀਟਲ ਕੁਝ ਇੰਡਸਟਰੀਜ਼ ਆਪਣੀ ਗਰੋਥ ਲਈ ਯੂਜ਼ ਕਰਦੇ ਸੀਗੇ, ਉਹ ਸਿਸਟਮ ਨੂੰ ਦੁਬਾਰਾ ਰੀਇਨਫੋਰਸ ਕੀਤਾ ਜਾਏਗਾ। ਕੱਲ ਪੰਜਾਬ ਨੈਸ਼ਨਲ ਬੈਂਕ ਦਾ ਨਾਂ ਅਡਾਨੀ ਬੈਂਕ ਹੋਏਗਾ, ਸਟੇਟ ਬੈਂਕ ਦਾ ਨਾਂ ਅੰਬਾਨੀ ਬੈਂਕ ਹੋਏਗਾ, ਸੋ ਔਨ ਐਂਡ ਸੋ ਫੋਰਥ। 에ਅਰ ਇੰਡੀਆ ਦੀ ਹਾਲਤ ਤੁਸੀਂ ਆਪਣੀ ਅੱਖਾਂ ਨਾਲ ਦੇਖੀ ਹੈ, ਡਿਫੈਂਸ ਇੰਪਲਾਈ ਦੀ ਤੁਸੀਂ ਹਾਲਤ ਦੇਖੀ ਹੈ। ਹਰ ਸੈਕਟਰ ਨੂੰ ਹੈਂਡਓਵਰ ਪ੍ਰਾਈਵੇਟ ਕੈਪੀਟਲ ਨੂੰ ਕੀਤਾ ਜਾ ਰਿਹਾ ਹੈ ਔਰ ਉੱਥੇ ਪਰਮਾਨੈਂਟ ਐਮਪਲਾਇਮੈਂਟ ਨਹੀਂ ਦਿੱਤੀ ਜਾ ਰਹੀ, ਸੋਸ਼ਲ ਸਿਕਿਉਰਿਟੀਜ਼ ਨਹੀਂ ਦਿੱਤੀਆਂ ਜਾ ਰਹੀਆਂ, ਜੌਬ ਜਿਹੜੇ ਹੈ ਉਹਨਾਂ ਨੂੰ ਕੰਟਰੈਕਚੁਅਲਾਈਜੇਸ਼ਨ ਕੀਤੀ ਜਾ ਰਹੀ ਹੈ ਕਿ ਐਮਪਲਾਈ ਜਿਹੜਾ ਉਹ ਹਰ ਵੇਲੇ ਹੀ ਸ਼ੁੱਡ ਬੀ ਕੈਪਟ ਔਨ ਦਾ ਟੈਂਟ ਰੂਮ। ਕੁੱਲ ਮਿਲਾ ਕੇ ਇਹਨਾਂ ਮੁਲਾਜ਼ਮਾਂ ਨੇ ਸਾਫ਼ ਤੌਰ ਤੇ ਦੱਸਿਆ ਹੈਗਾ ਕਿ ਕਿਸ ਤਰੀਕੇ ਨਾਲ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਕਰਨ ਦੀ ਜਿਹੜੀ ਕੋਸ਼ਿਸ਼ ਆ ਲਗਾਤਾਰ ਚੱਲ ਰਹੀ ਹੈ, ਤਾਂ ਨਾਲ ਦੀ ਨਾਲ ਵੱਡੇ ਪੱਧਰ ਤੇ ਚਿੰਤਾ ਜ਼ਾਹਿਰ ਕਰ ਰਹੇ ਨੇ ਕਿ ਜਿਹੜੀਆਂ ਮੰਗਾਂ ਮੰਨ ਲਈ ਵੀ ਗਈਆਂ ਉਹ ਵੀ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ। ਤਾਂ ਇਹਦੇ ਵਿੱਚੋਂ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਜਾਣਬੁੱਝ ਕੇ ਪਬਲਿਕ ਸੈਕਟਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਹਰਾਸ ਕੀਤਾ ਜਾ ਰਿਹਾ, ਤਾਂ ਜੋ ਇਸ ਸੈਕਟਰ ਨੂੰ ਲੋਕ ਪਸੰਦ ਨਾ ਕਰਨ ਤੇ ਸਾਰਾ ਜਿਹੜਾ ਦਮਦਾਰ ਹੈਗਾ ਉਹ ਨਿੱਜੀ ਹੱਥਾਂ ਦੇ ਵਿੱਚ ਚਲੇ ਜਾਵੇ। ਫਿਲਹਾਲ ਆਪਣੇ ਵੱਲੋਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। 27 ਜੂਨ ਨੂੰ ਸਿੱਧੇ ਤੌਰ ਤੇ ਹੜਤਾਲ ਤੇ ਜਾਣ ਦੀ ਗੱਲ ਆਖੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਇਹ ਸੰਘਰਸ਼ ਕਿਸ ਤਰੀਕੇ ਨਾਲ ਅੱਗੇ ਵਧਦਾ ਜਾਂ ਫਿਰ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਦਿੰਦੀ ਹੈ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।